एक ओंकार। सतनाम करता पुरख निर्भव निर्वैर अकाल मूरत अजूनी सैभं गुर प्रसाद। सज्जन सच्चा पातशाह सिर शाहां दे शाह, जिस पास बैठिया सोही है सबनां दा वेसाह। सतनाम वाहिगुरु साहिब जियो। राग सूही महला तीजा, कर पहला अष्टपदियाँ। एक ओंकार सतगुर प्रसाद। नामै ही ते सब किछ होआ, बिन सतगुर नाम न जापै। नामै ही ते सब किछ होआ, बिन सतगुर नाम ना जापै। गुर का शब्द महारस मीठा, बिन चाखे साध न जापै। कौडी बदलै जन्म गवाया, चीनस नाही आपै। गुरमुख होवै तां एको जाणै, हऊँ मैं दुख ना संतापै। बलिहारी गुर अपने विटों, जिन साचे स्यों लिव लाई। शब्द चीन आत्म परगासिया, सहजे रिहा समाई रहा। सोई सेवक जे सतगुर सेवे, चालै सतगुर पाए। साचा शब्द सिफत है साची, साचा मन वसाए। सच्ची बाणी गुरमुख आखै, हऊँ मैं विचों जाए। आपे दाता कर्म है साचा, साचा शब्द सुनाए। गुरमुख कहाले गुरमुख खट्टे, गुरमुख नाम जपाए। सदा अलिप्त साचै रंग राता, गुर कै सहज सुभाए। मनमुख सदही कूड़ो बोलै, बिख बीजै बिख खाए। जम काल बाधा तृष्णा दाधा, बिन गुर कवन छड़ाए। मनमुख सदही कूड़ो बोलै, बिख बीजै बिख खाए। जम काल बाधा तृष्णा दाधा, बिन गुर कवन छड़ाए। वाहिगुरु जी का खालसा, वाहिगुरु जी की फतेह। जुगो जुग अटल शब्द सतगुरु धन धन गुरु ग्रंथ साहिब जी। गुरुदेव पातशाह जी ਦੀ ਅਪਾਰ ਬਖਸ਼ਿਸ਼। ਸ਼ਾਮ ਸਮੇਂ ਅਸੀਂ ਸਤਸੰਗਤ ਦੀਆਂ ਘੜੀਆਂ ਪ੍ਰਾਪਤ ਕੀਤੀਆਂ ਨੇ। ਭਾਵੇਂ ਆਪ ਸਰੀਰਕ ਤੌਰ ਤੇ ਗੁਰੂ ਹਜ਼ੂਰ ਹਾਜ਼ਰ ਹੋ ਜਾਂ ਟੈਲੀਵਿਜ਼ਨ ਰਾਹੀਂ ਹੋਰ ਮੀਡੀਅਮਸ ਰਾਹੀਂ ਦੂਰ ਦਰਾਜ਼ ਘਰਾਂ ਥਾਵਾਂ ਤੋਂ ਗੁਰ ਸ਼ਬਦ ਨਾਲ ਸਾਂਝ ਪਾ ਰਹੇ ਹੋ। ਵਡਭਾਗਤਾ ਹੈ ਜੋ ਇਹ ਸਮਾਂ ਹੈ ਇਹਦੇ 'ਚ ਅਸੀਂ ਲੜੀਵਾਰ ਗੁਰਬਾਣੀ ਵਿਆਖਿਆ
ਕਰਦੇ ਹਾਂ। ਇਸ ਅੰਦਰ ਸੂਹੀ ਰਾਗ ਦੇ ਅਸ਼ਟਪਦੀ ਚੱਲ ਰਹੇ ਨੇ। ਗੁਰੂ ਅਮਰਦਾਸ ਪਾਤਸ਼ਾਹ ਦੁਆਰਾ ਉਚਿਤ ਕੀਤਾ ਇਹ ਪਾਵਨ ਉਪਦੇਸ਼ ਸਾਨੂੰ ਪ੍ਰਾਪਤ ਹੈ। ਲੰਮੇਰਾ ਸ਼ਬਦ ਹੈ, ਸਮਾਂ ਸੀਮਤ ਹੁੰਦਾ ਹੈ। ਇਸ ਪਾਵਨ ਸ਼ਬਦ ਦੇ 2 ਸ਼ੁਰੂਆਤੀ ਬੰਦ ਵਿਚਾਰੇ ਨੇ। ਤੀਸਰੇ ਬੰਦ ਤੋਂ ਵਿਚਾਰ ਅੱਗੇ ਤੋਰਾਂਗੇ। ਰਹਾਉ ਦਾ ਪਦਾ ਜਿਹਦੇ 'ਚ ਮੁੱਖ ਸੁਨੇਹਾ ਹੈ। ਸਭ ਜ਼ਿਕਰ ਕਰਦੇ ਸੀ, ਬਲਿਹਾਰੀ ਗੁਰੇ ਆਪਣੇ ਵਿਟੋਂ ਜਿਨ ਸਾਚੇ ਸਿਉ ਲਿਵ ਲਾਈ, ਸ਼ਬਦ ਚੀਨ ਆਤਮ ਪ੍ਰਗਾਸਿਆ ਸਹਜੇ ਰਿਹਾ ਸਮਾਈ। ਬਲਿਹਾਰੀ ਗੁਰੇ ਆਪਣੇ ਵਿਟੋਂ, ਬਲਿਹਾਰ ਜਾਣਾ ਪੰਜਾਬੀ ਜ਼ਬਾਨ ਦੇ ਵਿੱਚ ਆਪਣਾ ਆਪਾ ਵਾਰ ਦੇਣਾ ਇਸ ਤਰ੍ਹਾਂ ਹੁੰਦਾ ਆ। ਪਰ ਇਹਦੇ ਮਾਇਨੇ ਜਦੋਂ ਅਸੀਂ ਇੱਕ ਅਰਥ ਭਾਵ ਤੋਂ ਇਸ ਨੂੰ ਬਿਲਕੁਲ ਪ੍ਰੈਕਟੀਕਲ ਵੇ ਨਾਲ ਲੈ ਕੇ ਆਵਾਂਗੇ ਤਾਂ ਉਹਦਾ ਮਾਇਨਾ ਆਪਣਾ ਆਪਾ ਨਿਉਛਾਵਰ ਕਰ ਦੇਣਾ, ਭਾਵ ਆਪਣੀ ਆਪ ਨੂੰ ਸਮਰਪਿਤ ਕਰਨਾ ਗੁਰੂ ਆਸ਼ੇ ਦੇ ਵਿੱਚ। ਸਭ ਨੇ ਜ਼ਿਕਰ ਕੀਤਾ ਕਿ ਮੈਂ ਆਪਣੇ ਆਪ ਨੂੰ ਕੰਪਲੀਟ ਡੈਡੀਕੇਸ਼ਨ ਦੇ ਨਾਲ ਗੁਰੂ ਨਾਲ ਐਸੋਸੀਏਟ ਕਰਦਾ, ਕਿਉਂਕਿ ਗੁਰੂ ਨੇ ਬਖਸ਼ਿਸ਼ ਕੀਤੀ ਤੇ ਮੇਰੀ ਸਾਚੇ ਸਿਉ ਲਿਵ ਲਾਈ, ਮੇਰੇ ਅੰਦਰ ਇੱਕ ਅੰਦਰ ਦੀ ਸਾਂਝ ਪੈਦਾ ਕਰ ਦਿੱਤੀ ਸੱਚ ਦੇ ਨਾਲ, ਹਕੀਕਤ ਦੇ ਨਾਲ। ਗੁਰੂ ਇੱਥੇ ਐਜ਼ ਏ ਮੀਡੀਏਟਰ ਦੇ ਤੌਰ 'ਤੇ ਰੋਲ ਅਦਾ ਕਰ ਰਿਹਾ ਹੈ, ਜਿਹੜਾ ਡਾਇਰੈਕਟਲੀ ਸਾਨੂੰ ਪਰਿਪੂਰਨ ਨਾਲ ਜੋੜ ਰਿਹਾ। ਉਹਦੇ ਤੋਂ ਮੈਂ ਬਲਿਹਾਰ ਜਾ ਰਿਹਾ ਹਾਂ। ਨਾਲ ਹੀ ਦੂਸਰੀ ਸਤਰ ਹੈ ਰਹਾਉ ਦੇ ਪਦੇ ਦੇ ਵਿੱਚ ਹੀ, ਸ਼ਬਦ ਚੀਨ ਆਤਮ ਪ੍ਰਗਾਸਿਆ। ਸ਼ਬਦ ਚੀਨਣਾ ਹੁੰਦਾ ਹੈ, ਕਿਸੇ ਚੀਜ਼ ਨੂੰ ਨਿਖਾਰਨਾ, ਕਿਸੇ ਚੀਜ਼ ਨੂੰ ਬਿਲਕੁਲ ਖਾਲਿਸ ਪਿਉਰੀਫਾਈ ਕਰ ਲੈਣਾ। ਜਿਵੇਂ ਕਿਸੇ ਤੁਸੀਂ ਪਾਣੀ ਦੇ ਸੋਮੇ ਨੂੰ ਦੇਖਦੇ ਹੋ, ਉਹ ਬੜਾ ਮੱਡੀ ਹੁੰਦਾ ਹੈ ਅਤੇ ਉਹਦੀ ਬਾਟਮ ਵਿੱਚ ਕੋਈ ਚੀਜ਼ ਪਈ ਹੁੰਦੀ ਹੈ, and you are not able to see the bottom level of that water body. Why? Because water is muddy. Once all mud, all actually debris, they are away from that water, or they are shrinking in that water's bottom level, then definitely we can easily see through. Same thing, ਸਾਡੇ ਅੰਦਰ ਵੀ ਜੋ ਸੱਚ ਪਿਆ ਹੈ, ਜੋ ਹਕੀਕਤ ਪਈ ਹੈ, ਜੋ ਸਾਡੇ ਅੰਦਰ ਜੋਤ ਸ਼ਕਤੀ ਪਈ ਹੈ, ਅਸੀਂ ਆਪਣੇ ਵਕਾਰਾਂ ਦੇ ਉਫਾਨ ਕਰਕੇ ਨਹੀਂ ਵੇਖ ਪਾ ਰਹੇ। ਸ਼ਬਦ ਚੀਨ, ਸ਼ਬਦ ਮਦਦ ਕਰਦਾ ਇਹਦੇ ਵਿੱਚ, ਸ਼ਬਦ ਨੂੰ ਸਾਫ਼ ਕਰਨ 'ਚ, ਸ਼ਬਦ ਨੂੰ ਜਿਹੜਾ ਹੈਗਾ ਅੰਦਰ ਉਸ ਕਿਸਮ ਦੇ ਨਾਲ ਸਭ ਚੀਜ਼ ਨੂੰ ਕਾਮ ਡਾਊਨ ਕਰਨ ਦੇ ਵਿੱਚ। ਸੋ ਸਭ ਕਹਿੰਦੇ ਜਦੋਂ ਸ਼ਬਦ ਚੀਨ ਆਤਮ ਪ੍ਰਗਾਸਿਆ, ਜਿਵੇਂ ਉਹ ਚੀਨਿਆ ਗਿਆ, ਇਨਲਾਈਟਮੈਂਟ ਹੋ ਗਈ, ਰੋਸ਼ਨ ਦਿਮਾਗ ਹੋ ਗਿਆ, ਮੈਂ ਰੋਸ਼ਨੀ ਆ ਗਈ। ਸ਼ਬਦ ਚੀਨ ਆਤਮ ਪ੍ਰਗਾਸਿਆ ਤੇ ਸਹਿਜੇ ਰਿਹਾ ਸਮਾਈ। ਫਿਰ ਜੀਵਨ ਐਸਾ ਕਮਾਲ ਦਾ ਮਿਲਿਆ ਕਿ ਇਹਦੇ 'ਚ ਬਹੁਤੀ ਐਫਰਟ ਪਾਉਣ ਦੀ ਲੋੜ ਨਹੀਂ ਗਈ, ਵੀ ਜਸਟ ਆਪਣੇ ਆਪ ਸੁਭਾਅ ਬਣ ਗਿਆ ਸਹੀ ਪਾਸੇ ਜਾਣ ਦਾ, ਸੱਚ ਵਾਲੇ ਪਾਸੇ ਜਾਣ ਦਾ। ਉਸ ਰੂਪ ਵਿੱਚ ਬਾਤ ਆਈ। ਅਗਾਂਹ ਅਸੀਂ ਅੱਜ 3 ਨੰਬਰ ਪਤੇ ਤੋਂ ਵਿਚਾਰ ਤੋਰ ਰਹੇ ਹਾਂ। ਗੁਰੂ ਅਮਰਦਾਸ ਸਾਹਿਬ ਕਹਿ ਰਹੇ ਸੀ, ਸੋਈ ਸੇਵਕ ਜੇ ਸਤਿਗੁਰ ਸੇਵੇ, ਚਾਲੈ ਸਤਿਗੁਰ ਪਾਏ। ਜਿਵੇਂ ਬੀਇੰਗ ਏ ਸਿੱਖ ਅਸੀਂ ਕਲੇਮ ਕਰਦੇ ਹਾਂ, ਮੈਂ ਸਿੱਖ ਹਾਂ। ਇਸ ਤੋਂ ਥੋੜ੍ਹਾ ਹੋਰ ਅੱਗੇ ਲੈ ਲਈਏ ਜਾਂ ਇੱਕ ਡਿਫਰੈਂਟ ਵੇ ਨਾਲ ਲੈ ਲਈਏ। ਸਮ ਪੀਪਲ ਕਲੇਮ ਵੀ ਆਰ ਰਿਲੀਜੀਅਸ, ਸਮ ਪੀਪਲ ਕਲੇਮ ਵੀ ਆਰ ਸਪਿਰਿਚੁਅਲ, ਬਟ ਐਗਜ਼ੈਕਟਲੀ ਕੌਣ ਸਿੱਖ ਹੈ, ਕੌਣ ਰਿਲੀਜੀਅਸ ਆ, ਕੌਣ ਸਪਿਰਿਚੁਅਲ ਆ, ਹੂਜ਼ ਗੋਨਾ ਡਿਸਾਈਡ। ਗੁਰੂ ਮਹਾਰਾਜ ਦੇ ਬਚਨ ਅਸੀਂ ਪੜ੍ਹਦੇ ਹਾਂ, ਗੁਰੂ ਸਾਹਿਬ ਇਹ ਬਿਆਨ ਕਰਦੇ ਨੇ ਕਿ ਸਭ ਕੋ ਪੂਰਾ ਆਪੋ ਹੋਵੈ, ਘਟ ਨਾ ਕੋਈ ਆਖੈ। ਤੁਸੀਂ ਜਦੋਂ ਮੇਰਾ ਹੀ ਮੈਜਰਮੈਂਟ ਹੈ ਅਤੇ ਮੈਂ ਹੀ ਆਪਣੇ ਆਪ ਨੂੰ ਤੋਲਣਾ ਹੈ, ਜੱਜ ਕਰਨਾ ਹੈਗਾ, ਦੈਨ ਡੈਫੀਨੇਟਲੀ ਵਾਈ ਵੁੱਡ ਆਈ ਗਿਵ ਲੈਸ ਨੰਬਰ ਟੂ ਮਾਈ ਸੈਲਫ, ਟੂ ਆਵਰ ਓਨ ਸੈਲਫ। ਡੈਫੀਨੇਟਲੀ ਆਈ ਵਿਲ ਗਿਵ ਦਾ ਹਾਈਐਸਟ ਸਕੋਰ। ਮੇਰੇ ਤੋਂ ਵਧੀਆ ਚੰਗਾ ਬੰਦਾ ਕੌਣ ਹੋ ਸਕਦਾ? ਮੈਂ ਹਰ ਕ੍ਰਾਈਟੀਰੀਆ 'ਚ ਫੁੱਲ ਜਿਹੜਾ ਇਸ ਤਰੀਕੇ ਨਾਲ ਫਿੱਟ ਹੁੰਦਾ ਆ। ਪਰ ਗੁਰੂ ਸਾਹਿਬ ਨੇ ਕਿਹਾ ਕਿ ਯੂਨੀਵਰਸਲ ਕ੍ਰਾਈਟੀਰੀਆ ਵੀ ਹੈ, ਉਹਦੇ 'ਚ ਕਿਉਂ ਨਹੀਂ ਜਾਂਦਾ ਤੂੰ? ਪੱਤ ਪਰਵਾਣਾ ਪਿੱਛੇ ਪਾਈ ਹੈ। ਪਰਵਾਣਾ ਕਹਿੰਦੇ ਵੱਟੇ ਨੂੰ, ਜਿਹੜਾ ਅਸਲ ਪੱਤ ਦਾ ਵੱਟਾ ਆ ਉਹ ਤੱਕੜੀ ਦੇ ਦੂਜੇ ਪਹਿਲੂ 'ਚ ਪਾ। ਯੂਨੀਵਰਸਲ ਸਾਈਡ ਤੋਂ ਦੇਖ,
ਵੇਅਰ ਡੂ ਯੂ ਸਟੈਂਡ। ਹੁਣ ਉਹਦੇ 'ਚ ਇਹ ਹੈਗਾ ਕਿ ਯੂਨੀਵਰਸਲ ਸਾਈਡ ਤੋਂ ਸਪਿਰਿਚੁਅਲਿਟੀ ਦਾ ਜਿਹੜਾ ਮੈਜਰਮੈਂਟ ਆ ਗੁਰੂ ਸਾਹਿਬ ਨੇ ਬਹੁਤ ਕਲੀਅਰ ਕੀਤਾ। ਭਗਤੀ ਨੂੰ ਜਦੋਂ ਡਿਫਾਈਨ ਕਰਦੇ ਨੇ ਬਾਬਾ ਜੀ, ਵਾਰ-ਵਾਰ ਤੁਸੀਂ ਗੁਰੂ ਗ੍ਰੰਥ ਸਾਹਿਬ ਦੇਖੋ, ਮੈਂ ਨਿਤਨੇਮ ਦੀ ਬਾਣੀ 'ਚੋਂ ਬਿਆਨ ਕਰਦਾ, ਅਸੀਂ ਸ਼ਬਦ ਪੜ੍ਹਦੇ ਹਾਂ, ਸਭ ਗੁਣ ਤੇਰੇ ਮੈਂ ਨਾਹੀ ਕੋਏ, ਦਾਤਾ ਤੂੰ ਗੁਣੀ ਨਿਧਾਨ ਹੈ, ਤੂੰ ਗੁਣਾਂ ਦਾ ਮਾਲਕ ਹੈ। ਇਤਨੇ ਗੁਣ ਨੇ ਕਿ ਤੈਨੂੰ ਨਿਰਗੁਣ ਕਹਿਣਾ ਬਣਦਾ ਹੈ। ਸਭ ਕਾਸੇ 'ਚ ਹੋ ਕੇ ਸਭ ਕਾਸੇ ਤੋਂ ਨਿਰਲੇਪ, ਸਭ ਖੂਬੀ ਤੇਰੇ ਵਿੱਚ। ਸਭ ਨੇ ਕਿਹਾ ਕਿ ਸਭ ਗੁਣ ਤੇਰੇ ਮੈਂ ਨਾਹੀ ਕੋਏ, ਪਰ ਦਾਤਾ ਮੈਨੂੰ ਤੇਰੀ ਸ਼ੈਡੋਇੰਗ ਚਾਹੀਦੀ ਹੈ, ਮੈਨੂੰ ਤੇਰਾ ਸਹਾਰਾ ਚਾਹੀਦਾ, ਮੈਨੂੰ ਤੇਰੀ ਬਲੈਸਿੰਗ ਚਾਹੀਦੀ ਹੈ, ਅਤੇ ਚਾਹੀਦੀ ਵੀ ਤੇਰੇ ਗੁਣਾਂ ਦੇ ਰੂਪ ਦੇ 'ਚ। I need some virtues, qualities which you can only give me. So please bless me those virtues, those qualities. ਕਿਉਂਕਿ ਵਿਣ ਗੁਣ ਕੀਤੇ ਭਗਤ ਨਾ ਹੋਈ। ਜੇ ਮੇਰੇ 'ਚ ਗੁਣ ਨਾ ਹੋਏ, ਖੂਬੀ ਨਾ ਹੋਈ, ਤੇ ਫਿਰ ਭਗਤੀ ਕਾਹਦੀ ਹੋਏਗੀ? ਮੈਂ ਭਗਤ ਕਾਹਦਾ ਖਵਾਵਾਂਗਾ? ਭਗਤੀ ਕਰਨ ਵਾਸਤੇ ਗੁਣ ਹੋਣੇ ਬੜੇ ਜ਼ਰੂਰੀ ਨੇ। ਤੇ ਜਿਹੜਾ ਗੁਣ ਵਾਲਾ ਕ੍ਰਾਈਟੀਰੀਆ ਆ, ਇਹੀ ਯੂਨੀਵਰਸਲ ਕ੍ਰਾਈਟੀਰੀਆ ਆ। ਮੈਂ ਕਲੇਮ ਕਰਾਂ ਮੈਂ ਬੜਾ ਪਾਠ ਕਰਦਾ ਹਾਂ, that's a good thing, but does that part activity converts in actually some kind of human behavior, some kind of good qualities? Then definitely it's meaningful. Otherwise it's just a fake pride for me. Bani is telling us directly, ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਨਿਵਲ ਭੁਯੰਗਮ ਸਾਧੇ, ਪੰਚ ਜਨਾ ਸੰਸੰਗ ਨਾ ਛੁਟਕਿਓ, ਅਧਿਕ ਅਹੰਗ ਬੁੱਧ ਬਾਧੇ। You are just becoming more egotist. Why? Because you can do some religious activities. But what are you getting after that? That is the main point. ਬੱਚਾ ਜਮਾਤ ਜਾਂਦਾ ਪੜ੍ਹਨ ਵਾਸਤੇ, ਸਕੂਲ ਦੇ ਵਿੱਚ 2 3 4 ਕਲਾਸਾਂ ਪਾਸ ਕਰ ਜਾਂਦਾ ਹੈ, 5 ਕਲਾਸਾਂ ਪਾਸ ਕਰ ਜਾਂਦਾ ਹੈ। ਸਾਡੇ ਉੱਥੋਂ ਦਾ ਥੋੜ੍ਹਾ ਤੁਸੀਂ ਦੇਖੋ ਧਿਆਨ ਦੇ ਨਾਲ, ਇੱਥੇ ਮੈਂ ਦੇਖਿਆ ਕਿ ਅੰਟਿਲ ਗ੍ਰੇਡ 6 ਤੱਕ, ਜਿਹੜਾ ਗ੍ਰੇਡ 6 ਵਿੱਚ ਬੱਚਾ ਹੈਗਾ, ਉਹਦੀ ਲੈਂਗੁਏਜ, ਉਹਦੀ ਮੈਥਮੈਟਿਕਸ, ਉਹਦੀ ਡਿਫਰੈਂਟ ਸਬਜੈਕਟਸ ਦੇ ਉੱਤੇ ਐਬਿਲਿਟੀ ਕਿਵੇਂ ਚੈੱਕ ਕਰਦੇ ਨੇ। ਉਹ ਕਹਿੰਦੇ ਨੇ ਕਿ ਜੇ ਗ੍ਰੇਡ 6 ਪ੍ਰੋਪਰ ਬੱਚੇ ਨੇ ਕਰ ਲਿਆ ਹੈਗਾ, any kind of local or actually national newspaper, that kid should be able to read without any actually limitation. If kid is not able to read that much, that means his or her language proficiency has not came on that level. So family or school should work on it. A universal criteria ਬਣਾਇਆ ਇਹਨਾਂ ਨੇ। ਜਮਾਤਾਂ ਸਿਰਫ ਨੰਬਰ ਪਾਰ ਕਰਨ ਨਾਲ ਨਹੀਂ ਹੋ ਜਾਂਦੀਆਂ। ਐਬਿਲਿਟੀ ਆ ਗਈ ਤੇਰੇ 'ਚ, ਤੈਨੂੰ ਸਬਜੈਕਟਸ ਆਉਣੇ ਸ਼ੁਰੂ ਹੋ ਗਏ ਨੇ, ਮੈਥ ਆਉਂਦਾ, ਉਹ ਚੀਜ਼ਾਂ ਆਉਂਦੀਆਂ ਨੇ ਉਸ ਤਰੀਕੇ ਦੇ ਨਾਲ। ਇੱਥੇ ਅਸੀਂ ਤਾਲੀਮ ਦੀ ਸਾਈਡ ਤੋਂ ਗੱਲ ਕੀਤੀ ਹੈ। ਧਰਮ ਦਾ ਤਾਂ ਮਸਲਾ ਹੀ ਜੀਨ ਨਾਲ ਹੈ, ਬਿਹੇਵੀਅਰ ਨਾਲ ਹੈ ਤੁਹਾਡੇ ਨਾਲ। ਜੇ ਕੁਝ ਇੰਪਰੂਵਮੈਂਟ ਹੋ ਰਹੀ ਹੈ ਗੁਣਾਂ ਦੇ ਪੱਖ ਤੋਂ, ਦੈਨ ਡੈਫੀਨੇਟਲੀ ਵੀ ਆਰ ਗੋਇੰਗ ਟੂਵਰਡ ਦੈਟ ਸਾਈਡ। ਅਦਰਵਾਈਜ਼ ਇਟਸ ਜਸਟ ਅ ਨੰਬਰ, ਇਟਸ ਜਸਟ ਅ ਕਾਈਂਡ ਆਫ ਐਕਟ, ਇਟਸ ਜਸਟ ਕਾਈਂਡ ਆਫ ਪ੍ਰਟੈਂਡ। ਸਾਹਿਬ ਮਹਾਰਾਜ ਇਸ ਦੇ ਉੱਤੇ ਬਹੁਤ ਕਲੀਅਰ ਹੈਗੇ ਨੇ। ਸੋ ਇਹ ਕੋਈ ਬੰਦਾ ਵੀ ਕਲੇਮ ਕਰ ਸਕਦਾ ਹੈ, I am a Sikh, I am a religious, I am spiritual, but what is the criteria? Criteria is what kind of behavior are you demonstrating? ਤੇਰੇ ਵਿੱਚੋਂ ਕਿਹੜੀ ਚੀਜ਼ ਬਾਹਰ ਛਾਇਆ ਹੋ ਰਹੀ ਹੈ। ਲੋਕਾਂ ਨੇ ਤੇਰੇ ਇਕੱਲੇ ਬੋਲ ਨਹੀਂ ਸੁਣਨੇ, ਉਹਨਾਂ ਤੇ ਵਿਹਾਰ ਸੁਣਨਾ ਆ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ, ਦੁਆਇਖ, ਤ੍ਰਿਸ਼ਨਾ, ਇਹ ਸਭ ਜਿਹੜੀ ਕੁਮਤਤਾ, ਕੂੜ, ਇਹ ਸਭ ਚੀਜ਼ਾਂ ਤੋਂ ਕਿੰਨਾ ਕੁ ਦੂਰ ਹੈ ਤੂੰ। ਫਿਰ ਇਕੱਲਾ ਹੀ ਨਹੀਂ, ਤੇਰਾ ਖਾਣ ਪਾਣ, ਰਹਿਣ ਸਹਿਣ, ਬੋਲ ਬਾਣੀ, ਹਰ ਚੀਜ਼ ਮੈਟਰ ਕਰਦੀ ਹੈ, ਇਹਦੇ ਨਾਲ ਰਿਲੇਟਡ ਹੈ। ਗੁਰੂ ਗ੍ਰੰਥ ਸਾਹਿਬ ਵਾਰ-ਵਾਰ ਇੱਥੇ ਫੋਕਸ ਕਰ ਰਿਹਾ ਹੈਗਾ। ਧਰਮੀ ਬੰਦਾ, ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਇਹ ਬਾਤ ਆ ਜਾਣੀ ਚਾਹੀਦੀ ਉਹਦੇ 'ਚ। ਬਾਬਾ ਹੋਰ ਪਹਿਨਣ ਖੁਸ਼ੀ ਖੁਆਰ, ਬਾਬਾ ਹੋਰ ਚੜ੍ਹਨਾ ਖੁਸ਼ੀ ਖੁਆਰ। ਮਤਲਬ ਹਰ ਚੀਜ਼ ਜਿਹੜੀ ਉਸ ਜ਼ਾਵੀਏ 'ਚੋਂ, ਉਸ ਜਿਹੜਾ ਹੈਗਾ ਵੇ ਆਫ ਮੈਜਰਮੈਂਟ 'ਚੋਂ ਲੰਘਣੀ ਚਾਹੀਦੀ ਹੈਗੀ ਹੈ। ਸੋ ਇਹ ਸਹੀ ਰੂਪ ਵਿੱਚ ਕ੍ਰਾਈਟੀਰੀਆ ਹੈਗਾ ਆ। ਅੱਜ ਗੁਰੂ ਬਾਬਾ ਜੀ ਨੂੰ ਡਿਫਾਈਨ ਕਰਦੇ ਇਸ ਸ਼ਬਦ ਦੇ ਵਿੱਚ, ਦੂਸਰੇ ਪਦ ਦੇ ਵਿੱਚ ਗੁਰੂ ਅਮਰਦਾਸ ਸਾਹਿਬ ਕਹਿੰਦੇ ਸੋਈ ਸੇਵਕ। ਸੇਵਕ ਮੀਨ being if we try to understand what
does sevak mean in Sikhi perspective, then sevak means selfless servant who is totally selfless. ਉਹ ਸੇਵਕ ਆ, ਉਸ ਉਹਦੀ ਬਾਤ ਹੁੰਦੀ ਹੈ। ਪਰ ਉਹ ਜਿਹੜੀ ਸੈਲਫਲੈਸ ਸਟੇਟ ਆਫ ਮਾਈਂਡ ਜਾਂ ਸਟੇਟ ਆਫ ਇੱਕ ਕੈਲੀਬਰ ਆ, ਉਹ ਕਿਵੇਂ ਲਿਆ ਸਕਦੇ ਹੈਗੇ ਆ? ਗੁਰੂ ਬਾਬਾ ਜੀ ਨੇ ਬਿਆਨ ਕੀਤਾ, ਸੋਈ ਸੇਵਕ ਜੇ ਸਤਿਗੁਰੂ ਸੇਵੇ, ਜੋ ਸਤਿਗੁਰੂ ਦੀ ਸੇਵਾ 'ਚ ਲੱਗ ਜਾਏ। ਤੇ ਹੁਣ ਇਹ ਕਈ ਵਾਰੀ ਕੋਈ ਬੰਦਾ ਕਹੇਗਾ, ਭਾਈ ਸਾਹਿਬ ਹਾਊ ਕੈਨ ਯੂ ਡਿਫਾਈਨ what is Satguru's seva and what is non-Satguru's seva? How can we criteria? How can we set a line in that? एक एग्जाम्पल दे देना तुहानू। काफ़ी समय पहला की गल आ, आई वाज इन न्यूजीलैंड, तो गुरुद्वारा साहब सीगे उत्थे, आम करके दीवान उत्थे हर रेगुलर नहीं सी हुंदे, मतलब कोई स्पैशल कोई जथा आया है, कोई प्रचारक आया, उहदे मुताबिक वो दीवान सैट करते सी। जो कि महीने का दीवान है, 2 हफ्ते का दीवान है, शाम का दीवान होना मोस्टली, फिर एक सांझा दीवान, वड्डा दीवान दोपहर इतवार को होना है। तो इतवार शाम को मोस्टली कथा कीर्तन का दीवान नहीं सी हुंदा, कल्ला रहराज साहब का जाप होया, सुखासन किया, थे बस इस तरीके। जिवें स्टेट्स में भी कई बार देखा होगा इस तरीके आम दीवान होंगे, जितने कम्यूनिटी दूर दूर वसती है। उत्थे हुंदा है कि दोपहर का दीवान लगता, दोपहर के दीवान के बड़ी संगत होंगी, वड्डा इकट्ठ होंदा, हजूम संगत का। खैर जिहड़े उत्थे मुख सेवादार हो आउंदे, अपना पार्टिसिपेट करते संगत दे विच, जिन्हों तुसीं कह लो कि मुखी उस संस्था का। उस तो बाद फिर वो अजे लंगर पानी चलता होंदा, प्रशादा पानी छकते चले जाते, फिर अराउंड कोई 2-3 बजे वापसी करते, वापसी करके आके फिर वो साफ सफाई करते गुरुद्वारा साहब के सारे जगह की। अक्सर उन्होंने नाल कोई वलंटीयर भी आ जाते, मैं सेवक की गल कर रहा हूँ। उत्थे एक शख्स सीगा, उन्होंने कम्यूनिटी सर्विसिज लगी सी कोर्ट के थ्रू, जो कि कुछ वायलेंट एक्ट किया सी फैमिली के, डोमैसटिक वायलेंस का उत्ते चार्जिस सीगे। तो वो वास्ते उन्हें कहा कि दैन यू हैव टू सर्व इन कम्यूनिटी सर्विसिज। ठीक है जी, उत्थे कर रहा है वो। इस तरीके नाल वाशरूम बने ने, उन्होंने नाल एक कोरीडोर है, वो मैं लंघ रहा, तो वाशरूम वगैरह क्लीन कर रहे हैं। जो कर रहे हैं तो जो शख्स कोर्ट के थ्रू आया सेवा करने वास्ते, तो वो कर रहा है, तो नाल दी नाल देख रहा किन्नी मैस पई है, तो मुख सेवादार ने कह रहा है, जोड़ा उसका मुखी है संस्था का, उन्होंने ये कह रहा है, कहता देख इन्होंने लोगों को शर्म नहीं आती, लज नहीं आती हैगी, आ देख न्याणिਆਂ ने किवें पेपर खराब किए हैं, आ देखा किदा किदा गंद पाया है, आ देखो इस किस्म के नाल लगातार बोल रहा है। वो बाई चांस तो सारा कुछ बोल रहा है, तो मैं देख रहा, तो दूसरे पासे जिहड़ा मुख सेवादार वो हस रहा है, उस जिहड़ा है हासे ठट्ठे चो दी बात नूं लै रहा है। मैं सोच रहा रिस्पॉन्स किस किस्म का, मैं थोड़ी देर ठहर गया उत्थे सुन रहा, ईव ड्रॉपिंग हो रही है। वो कह रहा है, कहता तू खिजण क्यों दिया, जे तेरे तो नहीं हुंदा छड्ड दे, रहण दे, कुछ होर कर ला, मैं कर लांगा। कहता नहीं नहीं मैं कीता तू कीता, गल किहड़ी, गल तो यह हैगी है भी घरां च भी न्याणे एवें करदे होणगे, गंद पाउंदे होणगे इस तरीके नाल, गुरुद्वारा साहब आके इस किस्म की बात हो रही सारे। वो कहता मैं तेरी गल समझदा हाँ, बच्चों नूं रोकना चाहिए, पेपर नहीं खराब करने चाहिए इस तरीके नाल, पर तू गुस्से ना हो, खिज ना, बल्कि तू शुक्रगुजार हो, शुक्र कर उन्हां बच्चों का, उन्हां सत्संगी जियां का जिहड़े इत्थे आए, जिन्हां ने सब इन्हां नूं यूज़ किया, ते उस यूज़ करने तो बाद साडे कोल सफाई करने का मौका बनिया। अदरवाइज तू किनू साफ करना, इस मैं किस चीज़ को साफ करना सीगा, दस मैनू। हुण आ जिहड़ा आ तरीका ये की है, ये है असी मनुखां दी, असी कुछ कम्यूनिटी के मैंबरस की उन्हां दी सेवा नहीं कर रहे, असी गुरु की सेवा कर रहे हैं। ये मेरे गुरु का स्थान है, ये भाव अंदर आ जाए, ये है एक्चुअल लैवल ते सैल्फलैस सर्विस। जिथे बंदे च ये चीज़ देखो, होर रंग देखो तुसीं, ये गुरमत दा आशा बहुत कमाल दा है, बड़ा यूनीवर्सल मैसेज है हर चीज़ च पिया, असी कई बार ध्यान नहीं देंदे हैगे। जिवें आपां देग तैयार करके लैके आउने आ गुरु साहब दे हजूर, तो देग हुंदी है, तो उस तो बाद अरदास हुंदी है, अरदास होने तो बाद देग नूं असीं सरीसा भेटा करदे हां।
ਹੁਣ ਇਹਦਾ ਕਾਰਨ ਕੀ ਹੈ? ਸਿੰਪਲ ਹੈ ਕਿ ਜਿਹੜੀ ਦੇਗ ਲਿਆਂਦੀ ਗਈ ਉਹ ਕਿਸੇ ਪਰਿਵਾਰ ਨੇ ਅਰਦਾਸ ਕਰਵਾਈ ਹੋਏਗੀ, ਕਿਸੇ ਪਰਿਵਾਰ ਨੇ ਬਣਾ ਕੇ ਲਿਆਂਦੀ ਹੋਏਗੀ। ਚਲੋ ਇੱਥੇ ਤੇ ਅਸੀਂ ਹੁਣ ਗੁਰਦੁਆਰਾ ਸਾਹਿਬ ਹੀ ਬਣਾਉਂਦੇ ਹਾਂ ਕਿਉਂਕਿ ਸਿਕਿਉਰਿਟੀ ਰੀਜ਼ਨਸ ਕਰਕੇ, ਲਾ ਆਫ ਲੈਂਡ ਦੇ ਰੀਜ਼ਨ ਕਰਕੇ। ਅਦਰਵਾਈਜ਼ ਕਈ ਵਾਰ ਘਰਾਂ ਤੋਂ ਸੰਗਤ ਬਣਾ ਲਿਆਉਂਦੀ ਹੈ, ਕਿਤੇ ਘਰ ਸਮਾਗਮ ਉੱਥੇ ਆਪ ਬਣਾਈ ਹੁੰਦੀ, ਉੱਥੇ ਰੱਖੀ ਹੁੰਦੀ, ਅਤੇ ਉਹਦੇ ਨਾਲ ਸਪੈਸ਼ਲ ਫੈਮਿਲੀ ਦਾ ਨਾਂ ਜੁੜਿਆ ਹੁੰਦਾ। ਫਲਾਂ ਫੈਮਿਲੀ ਨੇ ਆਹ ਦੇਗ ਬਣਾਈ ਹੈ, ਆਹ ਫਲਾਂ ਫੈਮਿਲੀ ਦੀ ਦੇਗ ਹੈ, ਸੇਵਾ ਹੋ ਰਹੀ ਹੈ, ਠੀਕ ਹੈ। ਪਰ ਜਦੋਂ ਇੱਕ ਵਾਰੀ ਅਰਦਾਸ ਹੋ ਗਈ ਤਾਂ ਉਹਦੇ ਸ੍ਰੀ ਸਾਹਿਬ ਅਰਪਿਤ ਹੋ ਗਈ, ਦੈਟਸ ਮੇਨ। ਹੁਣ ਉਹ ਦੇਗ ਪਰਿਵਾਰ ਦੀ ਨਹੀਂ ਹੈ, ਹੁਣ ਯੂਨੀਵਰਸਲ ਹੋ ਗਈ ਹੈ, ਹੁਣ ਉਹ ਗੁਰੂ ਦੀ ਦੇਗ ਹੋ ਗਈ ਹੈ। ਹੁਣ ਕੋਈ ਉਹ ਪਰਿਵਾਰ ਨਾਲ ਬੋਲਦਾ ਨਹੀਂ ਬੋਲਦਾ, ਕਿਸੇ ਦਾ ਸੰਬੰਧ ਹੈ ਕਿਸੇ ਦਾ ਨਹੀਂ ਸੰਬੰਧ, ਡਜ਼ਨਟ ਮੈਟਰ। ਈਵਨ ਉਹ ਫੈਮਿਲੀ ਮੈਂਬਰ ਆਪ ਵੀ ਇਹ ਕਲੇਮ ਨਹੀਂ ਕਰ ਸਾਡੀ ਦੇਗ ਹੈ, ਨੋ। ਤੁਸੀਂ ਲਿਆ ਕੇ ਭੇਟ ਕੀਤੀ, ਗੁਰੂ ਨੇ ਸਵੀਕਾਰ ਕਰ ਲਈ, ਹੁਣ ਗੁਰੂ ਦੀ ਦੇਗ ਹੈ, ਹੁਣ ਤੁਸੀਂ ਗੁਰੂ ਦੀ ਦੇਗ ਹੀ ਲੈ ਰਹੇ ਹੋ। ਇਹ ਹੈ ਜਦੋਂ ਇਸ ਲੈਵਲ ਤੇ ਬੰਦਾ ਅੰਡਰਸਟੈਂਡ ਕਰੇ ਚੀਜ਼ਾਂ ਨੂੰ। ਸੇਵਾ ਵੀ ਹੈ। ਅਦਰਵਾਈਜ਼ ਬੰਦਾ ਕੋਈ ਕੰਮ ਕਰਦਾ ਆ, ਉਹਦੇ 'ਚ ਸੋਚਦਾ ਆ ਮੈਂ ਕੋਈ ਕੰਮ ਕੀਤਾ ਆ, ਅਹਿਸਾਨ ਜਤਾਉਣਾ, ਫੇਵਰ ਲੱਭਣੀ, ਇਹ ਸਭ ਚੀਜ਼ਾਂ ਪਿੱਛੇ ਹੁੰਦੀਆਂ ਨੇ। ਗੁਰੂ ਸਾਹਿਬ ਨੇ ਕਿਹਾ ਸੋਈ ਸੇਵਕ ਜੇ ਸਤਿਗੁਰ ਸੇਵੇ। ਸੇਵਕ ਉਹੀ ਹੈ, ਸੇਵਾਦਾਰ ਉਹ ਹੈ ਜਿਹੜਾ ਸਤਿਗੁਰੂ ਦੀ ਸੇਵਾ ਕਰ ਰਿਹਾ, ਜਿਹੜਾ ਕਿਸੇ ਪਰਸਨਲ ਇੰਟਰਸਟ ਲਈ ਹੈ, ਜਿਹੜਾ ਕਿਸੇ ਕਿਸਮ ਦੇ ਨਾਲ ਕੋਈ ਆਪਣੇ ਵਾਸਤੇ ਕੁਝ ਚੀਜ਼ ਲੱਭ ਰਿਹਾ ਜਾਂ ਕਿਸੇ ਹੋਰ ਨੂੰ ਖੁਸ਼ ਕਰਨ ਵਾਸਤੇ, ਇੱਕ ਸ਼ਖਸ ਨੂੰ, ਦੋ ਸ਼ਖਸ ਨੂੰ, ਚਾਰ ਨੂੰ, ਇਹ ਨਹੀਂ। ਇਹ ਤੇ ਗੁਰੂ ਦੀ ਖੁਸ਼ੀ ਲੱਭ ਰਿਹਾ ਮੈਂ, ਮੇਰੀ ਗੁਰੂ ਨਾਲ ਸਾਂਝ ਆ, ਮੇਰੀ ਗੁਰੂ ਨਾਲ ਵਾਬਸਤਗੀ ਹੈ। ਆਈ ਐਮ ਟੋਟਲੀ ਡੈਡੀਕੇਟਿੰਗ ਮਾਈ ਸੈਲਫ ਟੂਵਰਡ ਗੁਰੂ ਇੰਸਟੀਟਿਊਸ਼ਨ। ਬਲਿਹਾਰੀ ਗੁਰੇ ਆਪਣੇ ਜਿਹਦੀ ਬਾਤ ਹੋ ਰਹੀ ਹੈ। ਸੋ ਇੱਥੇ ਜ਼ਿਕਰ ਸੋਈ ਸੇਵਕ ਜੇ ਸਤਿਗੁਰ ਸੇਵੇ, ਫਿਰ ਚਾਲੈ ਸਤਿਗੁਰ ਪਾਏ। ਅਕਸਰ ਜਦੋਂ ਬੰਦਾ ਕੁਝ ਕੰਮ ਕਰਦਾ ਹੈ ਨਾ, ਤੇ ਉਹਦੇ ਪਿੱਛੇ ਉਹਦੀ ਇੱਕ ਇੰਟੈਂਸ਼ਨ ਹੁੰਦੀ ਹੈ। ਤੇ ਇੰਟੈਂਸ਼ਨ ਇਹ ਹੁੰਦੀ ਹੈ ਕਿ ਬੰਦਾ ਕੁਝ ਖਾਸ ਕਿਸਮ ਦੇ ਰਿਜ਼ਲਟਸ ਲੱਭ ਰਿਹਾ ਹੁੰਦਾ ਹੈ। ਦੈਟ ਇਜ਼ ਬਿਹਾਈਂਡ ਦਾ ਮਾਈਂਡ। ਉਹ ਵਿਜ਼ੀਬਲ ਵੀ ਹੋ ਸਕਦਾ, ਇਨਵਿਜ਼ੀਬਲ ਵੀ ਹੋ ਸਕਦਾ। ਸਮ ਟਾਈਮ ਇਫ ਵੀ ਡੂ ਸਮਥਿੰਗ ਵੀ ਆਲਵੇਜ਼ ਐਕਸਪੈਕਟ ਸਮ ਕਾਈਂਡ ਆਫ ਰਿਜ਼ਲਟਸ। ਹੁਣ ਰਿਜ਼ਲਟਸ ਜਿਹੜੇ ਨੇ ਉਹ ਕਈ ਵਾਰੀ ਉਸ ਤਰ੍ਹਾਂ ਦੇ ਨਹੀਂ ਮਿਲਦੇ। ਬੜੀ ਵਾਰ ਲੋਕ ਕਈ ਵਾਰੀ ਐਵੇਂ ਗੱਲਾਂ ਵੀ ਕਰ ਦਿੰਦੇ ਨੇ ਵੀ ਲੈ, ਕਹਿੰਦੇ ਨੇ ਸੇਵਾ ਨੂੰ ਫਲ ਲੱਗਦਾ ਹੈ, ਰੱਬ ਸਭ ਕੁਝ ਵੇਖਦਾ, ਰੱਬ ਨਿਆਂ ਕਰਨ ਵਾਲਾ ਆ, ਜਿੰਨੀ ਸਿੱਖਾਂ ਨੇ ਸੇਵਾ ਕੀਤੀ ਇੰਨੀ ਤੇ ਕੋਈ ਕਰ ਹੀ ਨਹੀਂ ਸਕਦਾ। ਤੇ ਸਿੱਖਾਂ ਨੂੰ ਇਹਦੇ ਇਵਜ 'ਚ ਕੀ ਮਿਲਿਆ? ਮਤਲਬ ਪਿਛਲੇ ਤੁਸੀਂ 100 ਸਾਲ ਜਾਂ 150 ਸਾਲ ਦਾ ਇਤਿਹਾਸ ਦੇਖੋ, ਤੇ ਮਹਾਰਾਜਾ ਰਣਜੀਤ ਸਿੰਘ ਦੇ ਗੁਜ਼ਰਨ ਤੋਂ ਬਾਅਦ 10 ਸਾਲ ਦਾ ਉਹ ਦੇਖੋ ਤੁਸੀਂ ਪੀਰੀਅਡ, ਫਿਰ ਅੰਗਰੇਜ਼ਾਂ ਦੇ ਨਾਲ ਸਾਡੀ ਸਟਰਗਲ ਦੇਖੋ, ਤੇ ਉਸ ਤੋਂ ਬਾਅਦ ਆ ਜਿਹੜੀ 47 ਤੋਂ ਬਾਅਦ ਹੁਣ ਤੱਕ ਦੇ ਹਾਲਾਤ ਦੇਖ ਲਓ ਸਾਰੇ। ਆਲ ਓਵਰ ਦਾ ਗਲੋਬ ਅਸੀਂ ਜਿਹੜੇ ਚੈਲੰਜਿਸ ਲੰਘ ਰਹੇ ਹਾਂ ਸਭ ਚੀਜ਼ਾਂ, ਤੇ ਕਈ ਵਾਰ ਲੋਕ ਕਹਿੰਦੇ ਫਿਰ ਤੁਹਾਨੂੰ ਮਿਲਿਆ ਕਿ ਭਾਈ ਹੋਇਆ ਕਿ? ਭਾਈ ਗੱਲ ਇਹ ਹੈ ਕਿ ਕੁਦਰਤ ਦੇ ਇੱਕ ਵੱਡੇ ਨਿਜ਼ਾਮ ਦਾ ਅਸੀਂ ਸਾਰੇ ਹਿੱਸਾ ਹੈਗੇ ਹਾਂ। ਇਹ 'ਚ ਇਹ ਨਹੀਂ ਹੋ ਸਕਦਾ ਕਿ ਅਸੀਂ ਰਿਜ਼ਲਟਸ ਆਪਣੇ ਮੁਤਾਬਕ ਪੈਦਾ ਨਹੀਂ ਕਰ ਸਕਦੇ। ਗੁਰਮਤਿ ਇਸ ਗੱਲ ਦੀ ਵੀ ਗੱਲ ਕਰਦੀ ਕਿ ਹਾਂ ਇਹ ਚੀਜ਼ਾਂ ਹੈਗੀਆਂ ਨੇ, ਪਰ ਇਹਦੇ ਨਾਲ ਦੀ ਨਾਲ ਬਹੁਤ ਵਾਰ ਚੀਜ਼ਾਂ ਸਿਰਫ ਤੁਹਾਡੇ ਕੰਟਰੋਲ 'ਚ ਨਹੀਂ ਹੁੰਦੀਆਂ। ਕੁਦਰਤ ਇੱਕ ਵੱਡੇ ਰੰਗ ਨਿਜ਼ਾਮ ਨੂੰ ਉਸ ਤਰੀਕੇ ਨਾਲ ਚਲਾਉਂਦੀ ਹੈ। ਬੰਦਾ ਜੋ ਵੀ ਰੰਗ ਹੋ ਰਿਹਾ ਹੈ, ਜਿਹਨੂੰ ਸਾਹਿਬ ਨੇ ਕਿਹਾ ਸੀਗਾ ਕਿ ਆਪੇ ਹਰ ਇੱਕ ਰੰਗ ਹੈ, ਆਪੇ ਬਹੁਰੰਗੀ ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ। ਉਹਦੇ ਹਰ ਇੱਕ ਰੰਗ ਤੇ ਬਹੁ ਰੰਗ ਸਭ ਨੂੰ ਐਕਸੈਪਟ ਕਰਨਾ ਆ। ਮਤਲਬ ਈਚ ਐਂਡ ਐਵਰੀਥਿੰਗ, ਵਟ ਐਵਰ ਇਜ਼ ਕਮਿੰਗ, ਵਟ ਐਵਰ ਇਜ਼ ਹੈਪਨਿੰਗ, ਇਸ ਰੂਪ ਵਿੱਚ ਬੰਦੇ ਨੇ ਐਕਸੈਪਟ ਕਰਨਾ ਆ। ਜਿਵੇਂ ਸਪੋਜ਼ ਕਰੋ ਤੁਸੀਂ ਘਰ ਦੇ 'ਚ ਇੱਕ ਬੱਚੇ ਨਾਲ ਇੰਟਰੈਕਸ਼ਨ ਕਰਦੇ ਹੋ, ਬੱਚਾ ਛੋਟਾ ਜਿਹਾ, ਕਦੀ ਬੱਚਾ ਬੜਾ ਜਿਹੜਾ ਹੈਗਾ ਨੋਟੀ ਹੁੰਦਾ ਆ, ਜਾਂ ਕਈ ਵਾਰ ਬੜਾ ਉਹ ਲਵਿੰਗ ਹੁੰਦਾ ਆ, ਬੜਾ ਹੈਪੀ ਹੁੰਦਾ ਹੈ, ਸਮਾਈਲਿੰਗ ਹੁੰਦਾ ਹੈ, ਕੋਆਪਰੇਟਿਵ ਹੁੰਦਾ ਆ, ਤੁਸੀਂ ਬੜੇ ਖੁਸ਼ ਹੁੰਦੇ ਹੋ, ਬੜਾ ਲਬਰੇਜ਼ ਹੁੰਦੇ ਹੋ। ਕਈ ਵਾਰ ਐਵੇਂ ਨਹੀਂ ਹੁੰਦਾ, ਕਈ ਵਾਰ ਟੋਟਲੀ ਨੈਸਟੀ ਹੁੰਦਾ ਬਿਹੇਵੀਅਰ ਉਹਦਾ, ਨੈਗਿੰਗ ਕਰਨ ਵਾਲਾ ਹੁੰਦਾ, ਕਈ ਵਾਰ ਬਿਲਕੁਲ ਹੀ ਉਹ ਮੂਡੀ ਹੋ ਜਾਂਦਾ ਹੈ ਇਸ ਕਿਸਮ ਦੇ ਨਾਲ। ਹੁਣ ਜੇ ਤੁਸੀਂ ਉਹਦੇ ਮੁਤਾਬਕ ਕਿਹਾ ਵੀ ਬਸ ਨੋ ਆਈ ਡੋਂਟ ਲਾਈਕ, ਮੈਂ ਤਾਂ ਹੇਟ ਕਰਦਾ ਸਭ ਕੁਝ, ਇਹਦਾ ਮਤਲਬ ਤੁਹਾਨੂੰ ਪੈਰੈਂਟਲ ਰੋਲ ਦਾ ਨਹੀਂ ਪਤਾ ਹੈਗਾ। ਯੂ ਹੈਵ ਟੂ ਐਕਸੈਪਟ ਐਜ਼ ਇਟ ਇਜ਼। ਇਸ ਤਰੀਕੇ ਨਾਲ ਡਜ਼ਨਟ ਮੈਟਰ ਕਿ ਕਿਹੜੇ ਹਾਲਾਤ ਕਿਸ ਰੂਪ ਵਿੱਚ ਹੋ ਰਹੇ ਨੇ, ਇਸ ਰੂਪ ਦੇ ਵਿੱਚ ਇਹੋ ਹੀ ਚੀਜ਼ਾਂ ਨੇ। ਸੰਸਾਰ ਸਮਾਜ ਵਿੱਚ ਜੀਂਦਿਆਂ ਤੁਰਦਿਆਂ ਹੋਇਆਂ ਜਿਹੜੀ ਸੇਵਾ ਆ, ਇਹ ਆਪਣੀ ਐਨਰਜੀ ਹੈ ਕਿਸੇ ਚੰਗੇ ਪਾਸੇ ਡਾਇਵਰਟ ਕਰਨੀ। 3 ਚੀਜ਼ਾਂ 'ਤੇ ਫੋਕਸ ਕਰਨਾ ਚਾਹੀਦਾ।
ਪਹਿਲਾਂ ਕਾਰ ਕਿਰਤ ਕਰਨੀ ਇਹ ਜ਼ਰੂਰੀ ਹੈ। ਅਸੀਂ ਸਾਰੇ ਕੋਈ ਨਾ ਕੋਈ ਕਿਰਤ ਦਾ ਰਾਹ ਅਡੋਪਟ ਕਰੀਏ, ਚੋਰੀ ਨਾ ਕਰੀਏ, ਠੱਗੀ ਨਾ ਕਰੀਏ, ਬੇਈਮਾਨੀ ਨਾ ਕਰੀਏ, ਇਹੋ ਜਿਹੇ ਕੰਮ ਨਾ ਕਰੀਏ। ਆਪਣਾ ਬਟਵਾ ਆਪ ਅਰਨ ਕਰੀਏ। ਉਹ ਬਟਵਾ ਅਰਨ ਕਰਨ ਵਾਸਤੇ ਤੁਹਾਨੂੰ ਵੱਖਰੀਆਂ ਵੱਖਰੀਆਂ ਜੋਬਸ, ਵੱਖਰੇ ਵੱਖਰੇ ਏਰੀਆਜ਼ ਇੱਥੇ ਕੰਮ ਕਰਨ ਲਈ ਮਿਲ ਜਾਂਦੇ ਨੇ। ਫਿਰ ਉਸ ਤੋਂ ਬਾਅਦ ਤੁਸੀਂ ਕਾਰ ਕਰ ਲਈ, ਹੁਣ ਕੁਝ ਉਪਕਾਰ ਵੀ ਕਰੋ। ਜਿਹੜਾ ਉਪਕਾਰ ਆ ਇਹਦੇ 'ਚ ਸਾਡਾ ਦਸਵੰਧ ਆਉਂਦਾ ਹੈ, ਇਹ ਸਭ ਚੀਜ਼ਾਂ ਆ ਜਾਂਦੀਆਂ ਨੇ ਇਸ ਢੰਗ ਦੇ ਨਾਲ, ਅਤੇ ਇਹਦੇ ਨਾਲ ਥੋੜ੍ਹਾ ਬਹੁਤੀ ਐਫਰਟ ਵੀ ਆਉਂਦੀ ਹੈ। ਫਿਰ ਜਿਹੜਾ ਤੀਸਰਾ ਤਰੀਕਾ ਉਹ ਹੈ ਪਰਉਪਕਾਰ। ਪਰਉਪਕਾਰੀ ਹੋ ਜਾਓ। ਇਹੋ ਜਿਹੇ ਕਾਰਜ ਵੀ ਕਰੋ ਜਿਨ੍ਹਾਂ ਦੇ ਵਿੱਚੋਂ ਬਿਲਕੁਲ ਰਿਜ਼ਲਟ ਦੀ ਤਵੱਕੋ ਵੀ ਨਾ ਕਰੋ। ਵੀ ਐਨੀ ਕਾਈਂਡ ਆਫ ਰਿਜ਼ਲਟ ਦਿਸ ਐਕਟੀਵਿਟੀ ਵਿਲ ਪ੍ਰੋਡਿਊਸ ਡਜ਼ਨਟ ਮੈਟਰ, ਹੂ ਕੇਅਰ। ਪਰਉਪਕਾਰ ਬਿਲਕੁਲ ਪਰਾਂ ਕਰਕੇ, ਆਪਣੇ ਤੋਂ ਦੂਰ ਕਰਕੇ। ਇਹ ਹੈ ਸੇਵਕ ਦੀ ਪਰਿਭਾਸ਼ਾ। ਗੁਰੂ ਅਮਰਦਾਸ ਸਾਹਿਬ ਤੋਂ ਵੱਡੀ ਐਗਜ਼ਾਮਪਲ ਇੱਥੇ ਕੀ ਲੱਭੋਗੇ ਤੁਸੀਂ ਜੇ ਕਿਤੇ ਉਹਨਾਂ ਦਾ ਜੀਵਨ ਯਾਪਨ ਦੇਖੋ। ਪੰਜਾਬ ਦੀ ਫਿਜ਼ਾਂ ਦੇ ਵਿੱਚ ਆਮ ਕਰਕੇ ਗੱਲ ਕਹੀ ਜਾਂਦੀ ਹੈ ਕਿ ਜੇ ਕੋਈ ਚੀਜ਼ ਭਾੜੇ 'ਤੇ ਹੀ ਲੈਣੀ ਹੈ ਤੇ ਕੁੜਮਾਂ ਦੀ ਥੋੜ੍ਹਾ ਲੈਣੀ ਹੈ, ਬਾਹਰੋਂ ਲੈ ਲਾਂਗੇ। ਭਾਵ ਜਿੱਥੇ ਰਿਸ਼ਤੇਦਾਰੀ ਸੰਬੰਧ ਆ ਉੱਥੇ ਤੇ ਬੰਦਾ ਸ਼ਰੀਕਾ ਪਾਲਦਾ, ਉੱਥੇ ਤੇ ਬੰਦਾ ਬਰਾਬਰੀ 'ਤੇ ਖੜਦਾ ਜਾ ਕੇ। ਅਤੇ ਖਾਸ ਕਰਕੇ ਜਿੱਥੇ ਕੁੜਮਾਚਾਰੀ ਹੋਏ, ਤੇ ਕੁੜਮਾਚਾਰੀ ਦੇ ਵਿੱਚ ਜਿਸ ਘਰ ਦੇ ਵਿੱਚ ਕਿਸੇ ਦਾ ਮੁੰਡਾ ਵਿਆਹਿਆ ਹੋਏ, ਫਿਰ ਤੇ ਕਮਾਲ ਹੈ। ਫਿਰ ਤੇ ਅਗਲਾ ਕਹਿੰਦਾ ਨਹੀਂ ਮੈਂ ਤੇ ਨੀਵਾਂ ਹੀ ਨਹੀਂ ਹੋ ਸਕਦਾ, ਕਿਉਂਕਿ ਮੇਰੇ ਤਾਂ ਰੋਹ ਵੀ ਲੈਵਲ ਹੀ ਘੱਟ ਜਾਏਗਾ ਸਾਰਾ ਸੁਸਾਇਟੀ ਦੇ ਵਿੱਚ। ਬਾਬਾ ਅਮਰਦਾਸ ਜੀ ਦਾ ਭਤੀਜਾ ਗੁਰੂ ਅੰਗਦ ਸਾਹਿਬ ਹੋਰਾਂ ਦੇ ਗ੍ਰਹਿ ਵਿਖੇ ਵਿਆਹਿਆ ਸੀਗਾ ਬੀਬੀ ਅਮਰੋ ਜੀ। ਅਸੀਂ ਤਵਾਰੀਖ ਪੜ੍ਹਦੇ ਹਾਂ। ਉਹਨਾਂ ਦੇ ਜ਼ਰੀਏ ਗੁਰੂ ਅੰਗਦ ਸਾਹਿਬ ਕੋਲ ਆਮਦ ਹੋਈ ਸੀ ਗੁਰੂ ਅਮਰਦਾਸ ਸਾਹਿਬ ਦੇ। ਪਰ ਕਿਸ ਕਿਸਮ ਦੇ ਨਾਲ ਆਪਣੇ ਜੀਵਨ ਨੂੰ ਡੈਡੀਕੇਟ ਕੀਤਾ। ਜੇ ਕੋਈ ਬੰਦਾ ਸੋਚੇ ਉਹ ਗਾਗਰ ਢੋਂਦੇ ਸੀ, ਉੱਥੇ ਡਿਫਰੈਂਟ ਕਿਸਮ ਦੇ ਕਾਰਜ ਵਿੱਚ ਲੱਗੇ ਸੀਗੇ, ਸਭ ਚੀਜ਼ਾਂ ਦੇ ਵਿੱਚ, ਮਤਲਬ ਇਹ ਥੋੜ੍ਹਾ ਕਿ ਬਾਬਾ ਅਮਰਦਾਸ ਦਾ ਕੈਲੀਬਰ ਹੈ ਕਿ ਸਿਰਫ ਉਹ ਗਾਗਰ ਹੀ ਢੋ ਸਕਦਾ ਹੈ। ਬਾਬਾ ਅਮਰਦਾਸ ਦਾ ਕੈਲੀਬਰ ਇਹ ਹੈ ਕਿ ਜਸਟ ਉਹ ਗੁਰੂ ਸਾਹਿਬ ਥੋੜ੍ਹੀ ਬਹੁਤੀ, ਉਹਦਾ ਤੇ ਕੈਲੀਬਰ ਬੜਾ ਕਮਾਲ ਦਾ ਆ। ਪਰ ਉਹ ਸਭ ਕੁਝ ਹੋਣ ਦੇ ਨਾਲ ਉਸ ਸਮਰਪਣ ਦੇ ਉਸ ਰੰਗ 'ਚ ਬਲਿਹਾਰ ਜਾ ਰਿਹਾ। ਉਹ ਕਹਿ ਰਿਹਾ ਮੈਂ ਆਪਣਾ ਆਪਾ ਹੀ ਨਿਛਾਵਰ ਕਰ ਦਿੱਤਾ, ਨਵਾਂ ਜਨਮ ਹੋ ਰਿਹਾ ਮੇਰਾ ਗੁਰੂ ਦੇ ਘਰ ਦੇ ਵਿੱਚ। ਉਹਦਾ ਨਵਾਂ ਜਨਮ ਆ ਉਹ ਗੁਰੂ ਅੰਗਦ ਸਾਹਿਬ ਨੇ ਫਿਰ ਕਿਹਾ ਐਸਾ ਹੋ ਗਿਆ ਹੈ, ਇਹ ਹੁਣ ਪਾਰਸ ਬਣ ਗਿਆ ਹੈ। ਤੇ ਪਾਰਸ ਨੂੰ ਤੇ ਕੋਈ ਜਿਹੜਾ ਹੈਗਾ ਮਿੱਟੀ 'ਚ ਨਹੀਂ ਨਾ ਰੁਲਣ ਦੇ ਸਕਦਾ। ਨਾ ਪਾਰਸ ਦੀ ਜਗ੍ਹਾ ਤੇ ਸਿੰਘਾਸਣ ਤੇ ਆ, ਉਸ ਤੋਂ ਥੱਲੇ ਨਹੀਂ ਹੋ ਸਕਦੇ। ਮਤਲਬ ਜਦੋਂ ਤੁਸੀਂ ਰੈਡੀ ਹੋ ਆਪਣੇ 'ਚੋਂ ਕੁਆਲਿਟੀਜ਼ ਪ੍ਰਪੇਅਰ ਕਰਨ ਵਾਸਤੇ, ਉਹਨੂੰ ਫੁੱਲਫਿਲ ਕਰਨ ਵਾਸਤੇ, ਉਹਨਾਂ ਸਾਰਿਆਂ ਨੂੰ ਅਟੇਨ ਕਰਨ ਵਾਸਤੇ, ਤੁਸੀਂ ਭੁੱਲ ਜਾਓ ਕਿ ਮਦਰ ਨੇਚਰ ਤੁਹਾਨੂੰ ਨਵਾਜਣ ਨਹੀਂ ਆਏਗੀ। ਪੂਰੀ ਮਦਰ ਨੇਚਰ ਤੁਹਾਡੇ ਨੂੰ ਨਵਾਜਣ ਲਈ ਆ ਜਾਏਗੀ। ਇਹ ਕੁਦਰਤ ਦਾ ਇਹ ਤਰੀਕਾ ਆ, ਇਹ ਲਾ ਆਫ ਨੇਚਰ ਆ। ਸਿੱਖੀ ਆ, ਹਾਂ ਲਾਲਚ ਕੋਈ ਨਹੀਂ, ਜਿਹੜਾ ਕਰ ਰਿਹਾ ਉਹ ਜੇ ਸਵਾਰਥ ਵੀ ਆ ਗਿਆ। ਦੇਖੋ ਚੀਜ਼ਾਂ ਕਈ ਵਾਰੀ ਬਹੁਤ ਡਿਫਰੈਂਟ ਐਂਗਲ ਤੋਂ ਲਰਨ ਹੁੰਦੀਆਂ ਨੇ। ਮੈਂ ਇੱਕ ਮਾਸਟਰ ਯੂਨੀਵਰਸਿਟੀ ਪ੍ਰੋਗਰਾਮ ਦੇ ਵਿੱਚ ਸੀਗਾ, ਅਤੇ ਉੱਥੇ ਮੋਹਾਕ ਜਿਹੜਾ ਇਹਨਾਂ ਦਾ ਟਰਾਈਬ ਆ, ਉਹ ਐਕਚੁਅਲੀ ਅਸੀਂ ਕੁਝ ਸੋਸ਼ਲ ਸਟੱਡੀਜ਼ ਦੇ ਵਿੱਚ ਜਿਹੜਾ ਕੈਨੇਡੀਅਨ ਜਿਹੜੇ ਐਬਰੀਜਨਲ ਟਰਾਈਬਸ ਨੇ ਉਹਨਾਂ ਬਾਰੇ ਕੁਝ ਲਰਨ ਕਰ ਰਹੇ ਸੀਗੇ। ਫਿਰ ਉੱਥੋਂ ਇੱਕ ਮੋਹਾਕ ਉਹਨਾਂ ਦਾ ਟਰਾਈਬ ਜਿਹੜਾ, ਉਹਦੇ ਵਿੱਚੋਂ ਇੱਕ ਉਹਨਾਂ ਦੇ ਐਕਸਪਰਟ ਲੇਡੀ ਆਈ। ਸ਼ੀ ਵਾਜ਼ ਅ ਸਟੋਰੀ ਟੈਲਰ। ਐਕਚੁਅਲੀ ਉਹ ਕਹਾਣੀਆਂ ਸੁਣਾਉਂਦੀ ਸੀਗੀ ਆਪਣੇ ਪੁਰਖਿਆਂ ਦੀਆਂ ਸਭ। ਤੁਸੀਂ ਦੇਖੋ ਅਸੀਂ ਆਪਣੇ ਘਰ 'ਚ ਗੱਲ ਕਰਦੇ ਨੇ, ਕਈ ਵਾਰੀ ਸਾਡੇ, ਮਾਫੀ ਮੰਗਾਂਗਾ ਮੇਰੇ ਤੇ ਬਹੁਤਾ ਹੈ ਨਹੀਂ ਸੋਸ਼ਲ ਮੀਡੀਆ ਵਗੈਰਾ 'ਤੇ ਲੋਕ ਕਈ ਵਾਰੀ ਕਲਿੱਪਸ ਵਗੈਰਾ ਭੇਜ ਦਿੰਦੇ ਉਸ ਤਰੀਕੇ ਨਾਲ ਕਿ ਸਾਡੇ ਅੱਜ ਕੱਲ੍ਹ ਇੱਕ ਅਜੀਬ ਤਰ੍ਹਾਂ ਦੀ ਹਾਲਤ ਵੀ ਚੱਲੀ। ਕੁਝ ਇਹੋ ਜਿਹਾ ਪ੍ਰਚਾਰਕ ਤਬਕਾ, ਪ੍ਰਚਾਰਕ ਤਾਂ ਨਹੀਂ ਕਹਿ ਸਕਦੇ ਉਹਨਾਂ ਨੂੰ, ਕੁਝ ਬੜਾ ਨੈਸਟੀ ਜਿਹਾ ਇੱਕ ਇਹੋ ਜਿਹਾ ਐਲੀਮੈਂਟ ਆ ਗਿਆ ਜਿਹੜਾ ਗੁਰਮਤਿ ਪ੍ਰਚਾਰ ਦੇ ਉੱਤੇ, ਹਰ ਚੀਜ਼ ਦੇ ਉੱਤੇ ਅਜੀਬ ਤਰ੍ਹਾਂ ਦੀ ਤਲਖੀ ਤੇ ਅਜੀਬ ਹਾਲਤ ਹੈ, ਜਿਹਨੂੰ ਖੁਦ ਨੂੰ ਨਹੀਂ ਪਤਾ ਵੀ ਇਤਨਾ ਕਨਫਿਊਜ਼ ਤੇ ਇਤਨਾ ਜ਼ਿਆਦਾ ਡਿਸਟਰੈਕਟ ਆ ਕਿ ਉਹਨੂੰ ਇਹਦਾ ਨਹੀਂ ਪਤਾ ਜਾਣਾ ਕਿੱਧਰ ਆ। ਵਟ ਡੂ ਦੇ ਵਾਂਟ ਟੂ ਐਕਚੁਅਲੀ ਪ੍ਰੂਵ, ਈਵਨ ਦੇ ਡੋਂਟ ਨੋ। ਐਂਡ ਵੈਨ ਦੇ ਹੈਵ ਸਮ ਫੋਲੋਵਰਸ ਐਂਡ ਸਮ ਪੀਪਲ ਆਰ ਸਪਰੈਡਿੰਗ ਦੇਅਰ ਮੈਸੇਜਿਸ, ਦੈਨ ਯੂ ਕੈਨ ਇਮੈਜਿਨ ਵਟਸ ਗੋਨਾ ਹੈਪਨ, ਕਿਹੋ ਜਿਹੀ ਹਾਲਤ ਬਣੇਗੀ। ਸੋ ਉਹ ਸਾਰੀ ਹਾਲਤ ਹੋ ਰਹੀ। ਖੈਰ ਜਿਹੜੀ ਬੇਨਤੀ ਕਰ ਰਿਹਾ ਸੀਗਾ, ਹੁਣ ਜਿਹੜੀ ਉਹਦੇ 'ਚ ਇੱਥੇ ਹੁਣ ਦੇਖੋ ਐਬਰੀਜਨਸ ਕਮਿਊਨਿਟੀ ਦੀ ਮੈਂ ਗੱਲ ਕਰ ਰਿਹਾ, ਇਹਨਾਂ 'ਚ ਇੱਕ ਖਾਸ ਤਰ੍ਹਾਂ ਦਾ ਇਹਨਾਂ ਨੇ ਇੱਕ ਚੀਜ਼ ਲੈਂਦੀ, ਉਹਨੂੰ ਕਹਿੰਦੇ ਨੇ ਸਟੋਰੀ ਟੈਲਿੰਗ। ਹੁਣ ਸਟੋਰੀ ਟੈਲਿੰਗ ਕੀ ਹੈ? ਗੁਰਬਾਣੀ 'ਚ ਪੜ੍ਹਦੇ ਹਾਂ, ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ, ਪੁਰਖਿਆਂ ਦੀਆਂ ਬਾਤਾਂ ਕਹਾਵਤਾਂ, ਇਹ ਸਭ ਚੀਜ਼ਾਂ, ਤਾਂ ਹੀ ਤਾਂ ਕੋਈ ਹੌਸਲਾ ਵੱਜਦਾ ਨਾ।
ਇੱਕ ਛੋਟਾ ਜਿਹਾ ਬੱਚਾ ਆ ਸਕੂਲ ਜਾਣ ਲੱਗਿਆ ਐਂਗਜ਼ਾਇਟੀ ਫੀਲ ਕਰਦਾ ਆ, ਬਾਪ ਕਹਿੰਦਾ ਕਮਾਲ ਹੋ ਗਈ, ਇਹ ਇੰਨਾ ਐਂਗਜ਼ਾਇਟੀ ਫੀਲ ਕਰਦਾ, ਇੰਨਾ ਡਰਦਾ ਹੈ, ਕੀ ਕੀਤਾ ਜਾਏ? ਉਹਨੂੰ ਉਹਦੇ ਦਾਦੇ ਦੀ ਕਹਾਣੀ ਸੁਣਾਉਂਦਾ, ਹਾਂ ਮੈਂ ਤੈਨੂੰ ਦਾਦੇ ਦੀ ਕਹਾਣੀ ਸੁਣਾਉਣਾ। ਉਹ ਦਾਦੇ ਦੀ ਕਹਾਣੀ ਸੁਣ ਕੇ ਕਹਿੰਦਾ ਅੱਛਾ ਦਾਦਾ ਮੇਰਾ ਐਡਾ ਸੂਰਮਾ ਸੀ, ਮੈਂ ਤਾਂ ਜ਼ਰੂਰ ਜਾਵਾਂਗਾ। ਮਤਲਬ ਕਨੈਕਸ਼ਨ ਬਣ ਗਿਆ। ਸਿੱਖੀ ਆਸ਼ੇ ਦੇ ਵਿੱਚ 1.25 ਲੱਖ ਸੇ ਏਕ ਲੜਾਊਂ, ਉਹ ਪੜ੍ਹਦੇ ਕਿਹਨੂੰ ਨੇ, ਸੁਣਦੇ ਕਿਹਨੂੰ ਨੇ? ਗੁਰੂ ਗੋਬਿੰਦ ਸਿੰਘ ਸਾਹਿਬ। ਸਿੱਧਾ ਕਹਿਤਾ ਅੱਜ ਤੋਂ ਤੇਰਾ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ, ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪੁੱਤਰ ਹਾਂ। ਹੱਦ ਹੋ ਗਈ। ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪੁੱਤਰ ਹੈ ਉਹ ਡਰੇਗਾ? ਹੁਣ ਤੇ ਖੁਦ ਲੱਜ ਆਏਗੀ, ਮੈਂ ਡਰਾਂਗਾ? ਤੁਸੀਂ ਦੇਖੋ ਕਿਸ ਤਰੀਕੇ ਨਾਲ ਇਹ ਹੈ ਕੰਪਲੀਟ ਟਰਾਂਸਫਰਮੇਸ਼ਨ। ਇਹ ਹੁੰਦੀ ਹੈ ਬਿਲਕੁਲ ਇੱਕ ਡਿਫਰੈਂਟ ਲੈਵਲ ਤੇ ਟਰਾਂਸਫਰਮੇਸ਼ਨ ਆ ਜਾਣੀ। ਸੋ ਇਹ ਚੀਜ਼ਾਂ ਹੁੰਦੀਆਂ ਨੇ, ਬਾਬਾਣੀਆਂ, ਕਹਾਣੀਆਂ, ਸਟੋਰੀ ਟੈਲਿੰਗ, ਆਲ ਥੀਸ ਥਿੰਗਸ। ਲੈਟ ਮੀ ਕਮ ਔਨ ਦਾ ਪੁਆਇੰਟ ਐਕਚੁਅਲੀ ਅਗੇਨ। ਉਹ 'ਚੋਂ ਨੇ ਇੱਕ ਬੜੇ ਕਮਾਲ ਦੀ ਬਾਤ ਸੁਣਾਈ। ਹਰ ਜਗ੍ਹਾ ਤੋਂ ਕੁਝ ਨਾ ਕੁਝ ਤੁਹਾਨੂੰ ਲਰਨ ਕਰਨ ਨੂੰ ਮਿਲਦਾ। ਇੱਥੇ ਜਦੋਂ ਯੂਰਪੀਅਨ ਸ਼ੁਰੂ 'ਚ ਆਏ ਅਤੇ ਯੂਰਪੀਅਨ ਨਾਲ ਰੂਲ ਆਫ ਲਾਅ ਲੈ ਕੇ ਆਏ ਸੀਗੇ, ਕਿਉਂਕਿ ਰੂਲ ਆਫ ਲਾਅ ਤੋਂ ਬਿਨਾਂ ਸਕਸੈਸ ਨਹੀਂ ਸੀ ਹੋ ਸਕਦੀ। ਇੰਨੇ ਵੱਡੇ ਲੈਵਲ 'ਤੇ ਬ੍ਰਿਟਿਸ਼ ਨੇ ਕਲੋਨੀਅਲ ਸਿਸਟਮ ਬਿਲਡ ਕੀਤਾ। ਯੂਰਪ ਦੀਆਂ ਕੁਝ ਹੋਰ ਫੋਰਸਿਸ ਵੀ ਗਈਆਂ। ਹੋਰ ਫੋਰਸਿਸ ਦੇ ਵਿੱਚ ਥੋੜ੍ਹਾ ਜਿਹਾ ਏਰੀਆ ਜਿਹੜਾ ਹੈ ਫਰੈਂਚ ਨੇ ਰੂਲ ਕੀਤਾ, ਥੋੜ੍ਹਾ ਡੱਚ ਨੇ ਵੀ ਕੀਤਾ, ਪੁਰਤਗੀਜ਼ ਨੇ ਵੀ ਕੀਤਾ। ਅਦਰਵਾਈਜ਼ ਬਾਕੀ ਫੋਰਸਿਸ ਆ ਫੇਲ ਹੋ ਗਈਆਂ। ਜਿਨ੍ਹਾਂ ਨੇ ਰੂਲ ਕੀਤਾ ਦੋਜ਼ ਵਰ ਓਨਲੀ ਬ੍ਰਿਟਿਸ਼ mostly. Why they were able to rule it? Because they were actually all the time trying to carry rule of law. ਜਦੋਂ ਰੂਲ ਆਫ ਲਾਅ ਦੀ ਗੱਲ ਕਰਦੇ ਤੇ ਉਹ ਇੱਥੇ ਟਰਾਈਬਸ ਜਿਹੜੇ ਸੀ ਉਹ ਕਹਿੰਦੇ ਸਾਡਾ ਵੀ ਹੈ ਭਾਈ, ਅਸੀਂ ਵੀ ਕਿਸੇ ਰੂਲ 'ਚ ਗੱਲ ਕਰਦੇ। ਉਹਨਾਂ ਦਾ ਕਿਉਂਕਿ ਇਹਨਾਂ ਨੂੰ ਸਮਝ ਨਹੀਂ ਲੱਗਾ ਪਹਿਲੇ ਲੈਵਲ 'ਤੇ, ਦੂਸਰੇ ਲੈਵਲ 'ਤੇ ਇਹਨਾਂ ਨੂੰ ਫਿਰ ਸਮਝ ਆਉਣ ਨਹੀਂ ਦਿੱਤਾ ਕਿਉਂਕਿ ਫਿਰ ਆਪਣਾ ਜਾਂਦਾ ਸੀਗਾ। ਅਦਰਵਾਈਜ਼ ਇਹਨਾਂ ਕੋਲ ਇੱਕ ਨਿਜ਼ਾਮ ਸੀ, ਸਿਸਟਮ ਸੀਗਾ, ਟਰਾਈਬਸ ਚੱਲਦੇ ਸੀ ਉਹਦੇ 'ਚ। ਉਹ 'ਚ ਇੱਕ ਛੋਟੀ ਜਿਹੀ ਉਹਨਾਂ ਨੇ ਐਗਜ਼ਾਮਪਲ ਦਿੱਤੀ। ਉਹ ਕਹਿੰਦੇ ਸਾਡੇ ਨਾ ਚੀਫ ਬਣਦੇ ਹੁੰਦੇ ਸੀਗੇ, ਮਤਲਬ ਇੱਕ ਟਰਾਈਬ ਦਾ ਚੀਫ ਹੁੰਦਾ ਸੀਗਾ, ਅਤੇ ਉਹਦੀ ਜਿਹੜੀ ਕੁਆਲੀਫਿਕੇਸ਼ਨ ਸੀਗੀ ਉਹ ਇਤਨੀ ਮਤਲਬ ਮਹੀਮਤਾ ਦੇ ਨਾਲ, ਇਤਨੀ ਜਿਹਨੂੰ ਕਿਹਾ ਜਾਏ ਕਿ ਬੜੀ ਮੈਪਿੰਗ ਦੇ ਨਾਲ ਅਤੇ ਬੜੀ ਫਿਲਟਰ ਕਰਕੇ ਬਣਾਈ ਜਾਂਦੀ ਸੀਗੀ। ਉਹਨੂੰ ਲੱਭਿਆ ਜਾਂਦਾ ਸੀਗਾ ਕਿ ਉਹਦੇ 'ਚ ਮਾੜਾ ਜਿਹਾ ਵੀ ਕਿਤੇ ਲਾਗ ਲਬੇੜ ਨਾ ਰਹਿ ਜਾਏ। ਕਿਸੇ ਸ਼ਖਸ ਨੂੰ ਤੁਸੀਂ ਐਜ਼ ਏ ਚੀਫ ਦੇ ਤੌਰ 'ਤੇ ਅਪੁਆਇੰਟ ਕਰਨ ਲੱਗੇ ਹੋ, ਚੀਫ ਬਣਨ ਲੱਗਾ, ਤਾਂ ਸਾਰਾ ਟਰਾਈਬ ਜਿਹੜਾ ਹੈਗਾ ਉਹਦੇ ਵਿੱਚ ਪੂਰੀ ਤਰ੍ਹਾਂ ਉਹਦੇ ਵਾਸਤੇ ਐਗਰੀ ਹੋਣਾ ਚਾਹੀਦਾ ਹੈਗਾ, ਯੂਨੈਨਿਮਸਲੀ, ਨੋਟ ਐਕਚੁਅਲੀ ਵਿਦ ਦਾ ਹਾਇਰ ਗਿਣਤੀ ਔਰ ਲੋਅਰ ਗਿਣਤੀ ਡਿਫਰੈਂਸਿਸ ਦੇ ਵਿੱਚ। ਨੋ, ਜਿਹੜਾ ਹੈਗਾ ਉਸ ਤਰੀਕੇ ਨਾਲ ਨਹੀਂ, ਜਾਂ 1/3 ਨਾ, ਯੂਨੈਨਿਮਸਲੀ ਸਾਰੇ। ਉਸੇ ਸਮੇਂ ਜਦੋਂ ਉਹਦੀ ਬਿਲਕੁਲ ਸਿਲੈਕਸ਼ਨ ਹੋਣ ਲੱਗੀ, ਸਭ ਕੁਝ ਹੋਣ ਲੱਗਾ, ਉਸੇ ਸਮੇਂ ਕਿਸੇ ਨੇ ਆ ਕੇ ਕਹਿ ਦਿੱਤਾ ਕਿ ਇਹਨੂੰ ਚੀਫ ਬਣਾਉਣ ਲੱਗੇ ਹੋ ਤੁਸੀਂ। ਇਹ ਉਦੋਂ ਨਾ 10 ਸਾਲ ਦਾ ਸੀ, 12 ਸਾਲ ਦਾ ਸੀਗਾ, ਅਤੇ ਇਹਨੇ ਇੱਕ ਵਾਰੀ ਮੈਨੂੰ ਇਹ ਗੱਲ ਕਹੀ ਸੀਗੀ ਕਿ one day I want to be chief of this tribe। ਉਹ ਕਹਿੰਦੀ ਵੀ only that much information can disqualify that individual, ਜਿਹੜਾ ਬਿਲਕੁਲ ਬਣਨ ਦੇ ਕਗਾਰ 'ਤੇ ਖੜਾ ਹੈਗਾ। ਵੀ ਕਦੀਆਂ ਤੇ ਜ਼ਿਹਨ 'ਚ ਇੰਨਾ ਵੀ ਸੀਗਾ ਵੀ ਮੈਂ ਚੀਫ ਬਣਨਾ ਆ। ਮੇਨ ਕਿਤੇ ਨਾ ਕਿਤੇ ਲਾਲਚ ਹੈ, ਸਵਾਰਥ ਹੈ। ਜਿਹੜਾ ਬਚਨ ਵਿਚਾਰ ਹੈ ਨਾ, ਸੇਵਾ ਕਰਤ ਹੋਤ ਨਹੀਂ ਕਾਮੀ, ਜਿਹੜਾ ਉਹ ਗੱਲ ਆ ਐਕਚੁਅਲੀ ਆਹ ਚੀਜ਼ ਆ। ਗੁਰੂ ਅਮਰਦਾਸ ਸਾਹਿਬ ਕਹਿੰਦੇ ਸਿੱਖ ਹੋਣਾ ਹੈ, ਸੇਵਕ ਹੋਣਾ ਹੈ, ਤੇ ਕਈ ਵਾਰ ਬੰਦਾ ਕਹਿੰਦਾ ਇਟਸ ਵੈਰੀ ਹਾਇਰ ਸਟੈਂਡਰਡ ਫਾਰ ਅਸ। ਐਗਜ਼ੈਕਟਲੀ ਹਾਇਰ ਸਟੈਂਡਰਡ ਹੈ, ਪਰ ਆਪਾਂ ਡੇ ਬਾਈ ਡੇ ਇੱਧਰ ਨੂੰ ਜਾਣਾ ਆ, ਇੰਪਰੂਵਮੈਂਟ ਕਰਨੀ ਆਪਣੇ ਵਿੱਚ। ਗੁਰੂ ਅਮਰਦਾਸ ਸਾਹਿਬ ਨੇ ਕਿਹਾ ਸੋਈ ਸੇਵਕ ਜੇ ਸਤਿਗੁਰ ਸੇਵੇ ਚਾਲੈ ਸਤਿਗੁਰ ਪਾਏ। ਜੋ ਸਤਿਗੁਰੂ ਨੂੰ ਪਾਏ ਉਹਦੇ ਵਿੱਚ ਮਸਤ ਰਹਿਣਾ ਹੈਗਾ। ਗੁਰੂ ਅਮਰਦਾਸ ਸਾਹਿਬ ਲਾਗ ਲਬੇੜ ਤੋਂ ਬਿਲਕੁਲ ਮੁਕਤ, ਗੁਰੂ ਦੇ ਭਾਣੇ 'ਚ ਰਾਜੀ ਰਹੇ। ਜਦੋਂ ਗੁਰੂ ਦਾ ਭਾਣਾ ਆ ਉਹ ਤਾਂ ਫਿਰ ਕਮਾਲ ਹੈ ਨਾ, ਉਹ ਤਾਂ ਫਿਰ ਉਹ ਉੱਥੇ ਲੈ ਗਿਆ ਜਿੱਥੇ ਸੋਚਿਆ ਵੀ ਨਹੀਂ ਸੀ ਜਾ ਸਕਦਾ। ਅਗਲਾ ਬਚਨ ਹੈ ਸਾਚਾ ਸ਼ਬਦ ਸਿਫਤ ਹੈ ਸਾਚੀ, ਸਾਚਾ ਮਨ ਵਸਾਏ। ਸੱਚਾ ਸ਼ਬਦ, ਜਿਸ ਵਿਚਾਰਧਾਰਾ, ਖਿਆਲ, ਸੋਚ ਨਾਲ ਤੁਸੀਂ ਆਪਣੇ ਆਪ ਨੂੰ ਕੋਰਲੇਟ ਕਰਕੇ, ਆਪਣੇ ਆਪ ਨੂੰ ਜੋੜ ਕੇ ਤੁਰਦੇ ਹੋ, ਉਹਦੇ ਵਿੱਚ ਰੱਬ ਦੀ ਸਿਫਤ ਆ। ਅਤੇ ਇਹ ਇੱਕ ਮਾਇਨਾ ਆ, ਤੁਸੀਂ ਜਿਹਦੀ ਬਹੁਤ ਸਿਫਤ ਕਰਦੇ ਹੋ, ਸੰਸਾਰੀ ਕ੍ਰਾਈਟੀਰੀਆ ਆ, ਉਹ ਇਵਜ ਦੇ ਵਿੱਚ, ਮੇਨ ਬੈਕ ਪੇ ਕਰਨ ਦੇ ਵਿੱਚ ਉਹ ਤੁਹਾਨੂੰ ਵੀ ਸਿਫਤ ਦਿੰਦਾ ਆ, ਤੁਹਾਡੀ ਵੀ ਸਿਫਤ ਕਰਦਾ ਆ। ਜੇ ਬੰਦਾ ਰੱਬ ਦੀ ਇੰਨੀ ਸਿਫਤ ਕਰਦਾ, ਉਹਦੀ ਵਡਿਆਈ ਕਰਦਾ ਹੈ, ਅਤੇ ਫਿਰ ਰੱਬ ਵੀ ਉਹਦੀ ਸਿਫਤ ਕਰੇਗਾ।
ਤੇ ਰੱਬ ਸਿਫਤ ਕਿਵੇਂ ਕਰੇਗਾ? ਰੱਬ ਉਵੇਂ ਤੇ ਕੋਈ ਆਉਂਦਾ ਨਹੀਂ ਸਰੀਰ ਧਾਰ ਕੇ, ਉਹ ਤੇ ਸਭ ਮਨੁੱਖਾਂ 'ਚ ਹੀ ਵਸਦਾ। ਇਸ ਲਈ ਬਾਣੀ ਨੇ ਕਿਹਾ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਇੱਕ ਵਾਰ ਇੰਡੀਅਨ ਬੜੇ ਨਾਮਵਰ ਅਖਬਾਰ ਦੇ ਵਿੱਚ ਉਹਨਾਂ ਨੇ ਇੱਕ ਛੋਟਾ ਜਿਹਾ ਜਿਹੜਾ ਹੈਗਾ ਇੱਕ ਕਾਰਨਰ ਦੇ ਉੱਤੇ ਇੱਕ ਕੁਐਸਚਨ ਪਬਲਿਸ਼ ਕੀਤਾ ਸੀਗਾ। ਉਹਦੇ ਉੱਤੇ ਲਿਖਿਆ ਸੀਗਾ ਕਿ ਇੱਕ ਲਾਈਨ ਲਗਾ ਰਹੇ ਆ, ਸਿਰਫ ਤੁਹਾਡਾ ਟਾਸਕ ਇੰਨਾ ਆ ਕਿ ਇਸ ਲਾਈਨ ਨੂੰ ਬਿਨਾਂ ਟੱਚ ਕਰਨ ਤੋਂ ਇਹਨੂੰ ਕੱਟਣਾ ਆ, ਛੋਟੀ ਕਰਨਾ ਆ। ਹਾਊ ਕੈਨ ਯੂ ਡੂ ਇਟ? ਪੀਪਲ ਵਰ ਸੋ ਕਨਫਿਊਜ਼ਡ, ਦੇ ਵਰ discussing what a kind of actually nonsense question someone is asking over here. How can be possible that without touching it we can actually make it shorter? No, we cannot. ਚੱਲੀ ਗਈ ਚੀਜ਼ ਇਸ ਤਰੀਕੇ ਨਾਲ ਚੱਲੀ ਗਈ। ਇੱਕ ਸੱਜਣ ਉਹਨਾਂ ਨੇ ਦੇਖਿਆ, ਉਹ ਕਹਿੰਦੇ ਕੋਈ ਨਾ, ਉਹ ਉਹਨਾਂ ਦੇ ਆਫਿਸ ਚਲੇ ਗਏ। ਉਹ ਕਹਿੰਦੇ ਜੀ ਛੋਟੀ ਕਰ ਦਿੰਦੇ ਹਾਂ ਹੁਣੇ। ਕਿਵੇਂ ਕਰੋਗੇ? ਉਹਨੇ ਸਾਹਮਣੇ ਉਹਨਾਂ ਦੇ ਅਖਬਾਰ ਦਾ ਉਹੀ ਆਡੀਸ਼ਨ ਲਿਆ, ਉਹਦੇ ਉੱਤੇ ਦੇਖਿਆ ਕਿ ਇਸ ਤਰੀਕੇ ਨਾਲ ਲੱਗੀ ਲਾਈਨ, ਉਹਦੇ ਨਾਲ ਇੱਕ ਲਾਈਨ ਹੋਰ ਲਗਾ ਦਿੱਤੀ। ਕਿਆ ਮੈਨੂੰ ਦੱਸੋ ਕਿ ਛੋਟੀ ਕਿਹੜੀ ਇਹਦੇ 'ਚੋਂ? ਉਹਨੇ ਕਿਹਾ ਜੀ ਸਾਡੇ ਵਾਲੀ ਛੋਟੀ ਜਿਹੜੀ ਅਖਬਾਰ ਨੇ ਲਗਾ ਕੇ ਭੇਜੀ ਸੀ। ਦੈਟ ਇਜ਼ ਦਾ ਓਨਲੀ ਵੇ। ਤੁਸੀਂ ਲੋਕਾਂ ਨਾਲ ਈਰਖਾ ਕਰਕੇ, ਦੁਆਹ ਕਰਕੇ, ਸਾੜਾ ਕਰਕੇ, ਉਹਨਾਂ ਦੀ ਨਿੰਦਿਆ ਕਰਕੇ, ਬਖੀਲਗੀ ਕਰਕੇ ਯੂ ਕੈਨ ਨੋਟ ਗੈਟ ਐਨੀਥਿੰਗ except your energy wasting, and top of that ਜਿਹੜੀ ਹੈਗੀ ਹੈ ruined your relationship। ਜੇ ਅੱਗੇ ਵਧਣਾ ਹੈ ਤੇ ਆਪਣੇ ਆਪ ਨੂੰ ਇੰਪਰੂਵ ਕਰਨਾ ਪੈਣਾ, ਆਪਣੇ ਆਪ ਤੇ ਕੰਮ ਕਰਨਾ ਪੈਣਾ। ਤੇ ਜਿਹੜਾ ਸ਼ਖਸੀਅਤ ਤੇ ਤਿਆਰ ਹੋਏਗਾ ਉਹਦੇ ਲਈ ਹੈ, ਫਿਰ ਬੰਦੇ ਨੂੰ ਚਾਹੀਦਾ ਕਰੇ ਕੀ? ਰੱਬ ਦੀ ਸਿਫਤ ਕਰੇ, ਵਡਿਆਈ ਕਰੇ, ਉਹਦੇ ਤੇ ਭਰੋਸਾ ਰੱਖੇ। ਗੁਰੂ ਗ੍ਰੰਥ ਸਾਹਿਬ ਲਿਟਰਲੀ ਤੌਰ ਤੇ ਸਾਰੀ ਬਾਣੀ ਰੱਬ ਦੀ ਸਿਫਤ ਹੈ। ਇਹਨੂੰ ਗਾ, ਪੜ੍ਹ, ਵਿਸ਼ਵਾਸ ਰੱਖ। ਜਿਹਦੇ ਇੰਨੇ ਬਚਨ ਪੜ੍ਹੇਗਾ, ਸੁਣੇਗਾ, ਆਲਾਪੇਗਾ, ਉਹ ਤੇਰੀ ਵਡਿਆਈ ਕਰਾ ਦੇਗਾ। ਤੇ ਗੁਰੂ ਸਾਹਿਬ ਦੇ ਅਸੀਂ ਬਚਨਾਂ ਦੇ ਬਚਨ ਪੜ੍ਹਦੇ ਸਾਹਿਬ ਕਹਿੰਦੇ ਹਰ ਕੀ ਵਡਿਆਈ ਦੇਖੋ ਸੰਤੋ ਹਰ ਨਿਮਾਣਿਆ ਮਾਣ ਦਿਵਾਏ। ਜਿਹਨੂੰ ਕੋਈ ਮਾਣ ਨਹੀਂ ਉਹਨੂੰ ਮਾਣ ਦਵਾ ਦਿੰਦਾ ਉਹ। ਇੱਥੇ ਗੁਰੂ ਅਮਰਦਾਸ ਸਾਹਿਬ ਨੇ ਬਿਆਨ ਕੀਤਾ ਹੈ, ਸਾਚਾ ਸ਼ਬਦ ਸਿਫਤ ਹੈ ਸਾਚੀ, ਸਾਚਾ ਮਨ ਵਸਾਏ। ਤੂੰ ਮਨ 'ਚ ਵਸਾ ਕੇ ਤੇ ਵੇਖ ਇਸ ਗੱਲ ਨੂੰ। ਸੱਚੀ ਬਾਣੀ ਗੁਰਮੁਖ ਆਖ ਹੈ। ਜਿਹੜਾ ਗੁਰੂ ਅਨੁਸਾਰੀ ਹੋ ਜਾਂਦਾ ਉਹ ਇਹਨਾਂ ਬਚਨਾਂ ਨੂੰ ਵਾਰ-ਵਾਰ ਬੋਲਦਾ, ਵਾਰ-ਵਾਰ ਕਹਿੰਦਾ, ਉਹਦੀ ਦ੍ਰਿੜਤਾ ਹੋ ਜਾਂਦੀ, ਕਿਉਂਕਿ ਇਹ ਸੱਚ ਦੀ ਬਾਣੀ ਹੈ। ਇਹ ਜਿਹੜੇ ਬਚਨ ਅਸੀਂ ਹੁਣ ਤੱਕ ਬੋਲ ਰਹੇ, ਡਿਸਕਸ ਕਰ ਰਹੇ ਸੀਗੇ, ਹਉਮੈ ਵਿੱਚੋਂ ਜਾਏ ਤੇ ਫਿਰ ਆਪਣਾ ਆਪਾ ਨਹੀਂ ਉਹਦੇ 'ਚ ਆ ਜਾਂਦਾ, ਉਹ ਆਪਣਾ ਆਪਾ ਵਿੱਚੋਂ ਮਾਈਨਸ ਕਰ ਜਾਂਦਾ। ਆਪੇ ਦਾਤਾ ਕਰਮ ਹੈ ਸਾਚਾ, ਸਾਚਾ ਸ਼ਬਦ ਸੁਣਾਏ। ਬਾਕੀ ਦਾਤੇ ਦੀ ਕੀ ਗੱਲ ਕਰੋਗੇ? ਉਹ ਤੇ ਸੱਚੇ ਕਰਮ ਨਾਲ ਭਰਿਆ ਹੋਇਆ। ਉਹਦੀ ਨਵਾਜ਼ਿਸ਼, ਉਹਦਾ ਕਰਮ ਜਿਹੜਾ ਆ ਉਹਨੂੰ ਤੁਸੀਂ ਇਮੈਜਿਨ ਵੀ ਨਹੀਂ ਕਰ ਸਕਦੇ। ਇਹ ਇਸ ਸ਼ਬਦ ਦਾ 3 ਨੰਬਰ ਪਤਾ ਸੀਗਾ। ਅੱਗੇ ਜਿਵੇਂ ਸਮਾਂ ਲਾਓ ਕਰੇਗਾ ਉਸ ਤਰੀਕੇ ਨਾਲ ਅਸੀਂ ਵਿਚਾਰਾਂਗੇ। ਅੱਜ ਵਾਸਤੇ ਇੱਥੇ ਸਮਾਂ ਸਮਾਪਤ ਆ। ਭੁੱਲਾਂ ਗਲਤੀਆਂ ਨਾ ਚਤਾਰਨੀਆਂ, ਮੇਰੀ ਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।